ਹੈਲੋ एवरीवन ਐਸ ਯੂ ਨੋ ਕਿ ਅਸੀਂ ਪੇਪਰ 2013 ਦਸੰਬਰ ਤੋਂ 2013 ਦਾ ਪੇਪਰ ਕਰ ਰਹੇ ਸੀਗੇ ਐਸਐਸਟੀ ਦਾ, ਜਿਸ ਦੇ ਕਿ ਅਸੀਂ 115 ਤੱਕ ਕੁਐਸਚਨ ਕਰ ਲਏ ਸੀਗੇ ਤੇ 116 ਨੰਬਰ ਕੁਐਸਚਨ ਤੋਂ ਅਸੀਂ ਸ਼ੁਰੂਆਤ ਕਰਨੀ ਸੀਗੀ। ਸੋ ਸ਼ੁਰੂ ਕਰਨ ਜਾ ਰਹੇ ਹਾਂ 116 ਨੰਬਰ ਕੁਐਸਚਨ। ਵੈਦਿਕ ਕਾਲ ਵਿੱਚ ਪਾਣੀ ਅਖਵਾਏ ਜਾਣ ਵਾਲੇ ਲੋਕ ਉਹ ਸਨ ਜਿਹੜੇ ਵਪਾਰ ਨੂੰ ਨਿਯੰਤਰਿਤ ਕਰਦੇ ਸੀ, ਪਸ਼ੂ ਪਾਲਕ ਦਾ ਧੰਦਾ ਕਰਦੇ ਸਨ, ਗਊ ਚਰਵਾਹੇ ਸਨ, ਹਲ ਵਾਹਕ ਸਨ। ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਉਸ ਬਾਰੇ ਜ਼ਿਕਰ ਕਰਦੇ ਹਾਂ। ਬਟ ਉਸ ਤੋਂ ਵੀ ਪਹਿਲਾਂ, ਕਿਉਂਕਿ ਇਹ ਵਾਲਾ 116 ਨੰਬਰ ਕੁਐਸਚਨ, 117 ਨੰਬਰ ਕੁਐਸਚਨ, 118 ਨੰਬਰ ਕੁਐਸਚਨ ਜੋ ਨੇ ਬਲਕਿ 119 ਨੰਬਰ ਕੁਐਸਚਨ, ਇਹ ਸਾਡੇ 4-5 ਕੁਐਸਚਨ ਜੋ ਤੁਹਾਡੇ ਵੈਦਿਕ ਏਜ ਨਾਲ ਰਿਲੇਟਡ ਨੇ, ਜੋ ਤੁਹਾਡੇ ਵੈਦਿਕ ਪੀਰੀਅਡ ਨਾਲ ਰਿਲੇਟਡ ਨੇ। ਸੋ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਪਿਛਲੀ ਵੀਡੀਓ ਦੇ ਵਿੱਚ ਕਿ ਫੰਡਾਮੈਂਟਲ ਜੋ ਰਾਈਟਸ ਨੇ ਉਹ ਸਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਉਸੇ ਤਰੀਕੇ ਨਾਲ ਜੋ ਵੈਦਿਕ ਪੀਰੀਅਡ ਆ, ਵੈਦਿਕ ਏਜ ਆ, ਉਹਦੇ ਵਿੱਚੋਂ ਵੀ ਸਾਡੇ ਲਈ ਹਰ ਵਾਰ ਕੁਐਸਚਨ ਆਉਂਦੇ ਹੀ ਆਉਂਦੇ ਨੇ। ਇਹ ਵਾਲਾ ਪੀਰੀਅਡ ਵੀ ਸਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਆ। ਸੋ ਵੈਦਿਕ ਪੀਰੀਅਡ ਕੀ ਸੀਗਾ, ਵੈਦਿਕ ਏਜ ਕੀ ਸੀਗੀ, ਇਸ ਬਾਰੇ ਅਸੀਂ ਥੋੜੀ ਸੀ ਡਿਸਕਸ਼ਨ ਕਰਦੇ ਹਾਂ, ਪੜ੍ਹਦੇ ਹਾਂ ਇਹਦੇ ਬਾਰੇ ਕਿ ਵੈਦਿਕ ਏਜ ਕੀ ਸੀਗੀ। ਸੋ ਉਹੀ ਕਿ ਵੈਦਿਕ ਇਸ ਨੂੰ ਵੈਦਿਕ ਏਜ ਵੀ ਕਹਿ ਦਿੰਦੇ ਹਾਂ ਅਸੀਂ, ਤੇ ਇਸ ਨੂੰ ਵੈਦਿਕ ਪੀਰੀਅਡ ਵੀ ਕਹਿ ਦਿੰਦੇ ਹਾਂ। ਪਹਿਲੀ ਚੀਜ਼ ਆ। ਦੂਸਰੀ ਚੀਜ਼, ਇਹ ਵਾਲਾ ਜੋ ਪੀਰੀਅਡ ਆ ਇਹ ਬ੍ਰੌਂਜ਼ ਤੋਂ ਸ਼ੁਰੂ ਹੋਇਆ ਸੀਗਾ, ਲੇਟ ਬ੍ਰੌਂਜ਼ ਏਜ ਤੋਂ ਇਹ ਸ਼ੁਰੂ ਹੋਇਆ ਸੀਗਾ, ਔਰ ਅਰਲੀ ਆਇਰਨ ਏਜ ਦੇ ਵਿੱਚ ਇਸ ਦਾ ਜੋ ਹੈ ਐਂਡ ਹੋ ਗਿਆ ਸੀਗਾ। ਹਿਸਟਰੀ ਆਫ ਇੰਡੀਆ ਦੇ ਵਿੱਚ, ਮਤਲਬ ਕਿ ਇੰਡੀਆ ਦੇ ਵਿੱਚ ਇਹ ਸ਼ੁਰੂ ਹੋਇਆ ਸੀਗਾ, ਇੰਡੀਅਨ ਹਿਸਟਰੀ ਦੇ ਨਾਲ ਇਹ ਰਿਲੇਟ ਕਰਦਾ ਵੈਦਿਕ ਏਜ। ਦੂਸਰਾ, ਇਸ ਦੇ ਵਿੱਚ ਜੋ ਅਸੀਂ ਪਿਛਲੀ ਪੇਪਰ ਦੇ ਵਿੱਚ 2013 ਦੇ ਜੂਨ ਪੇਪਰ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀਗਾ ਵੇਦਾਸ ਦਾ, ਜਿਹੜੇ 4 ਵੇਦ ਸੀਗੇ, ਅਥਰਵਵੇਦ, ਯਜੁਰਵੇਦ, ਸਾਮਵੇਦ, ਰਿਗਵੇਦ, ਹੈ ਨਾ, ਉਹ 4 ਵੇਦ ਸੀਗੇ ਜਿਹੜੇ ਉਹ ਵੀ ਇਸੇ ਪੀਰੀਅਡ ਦੇ ਵਿੱਚ ਲਿਖੇ ਗਏ ਸੀਗੇ। ਤੀਸਰਾ, ਜਿਹੜੇ ਇਹ ਵੇਦ ਕੰਪੋਜ਼ ਕੀਤੇ ਗਏ ਸੀਗੇ, ਉਹ ਵੇਦ ਇਹ ਜੋ ਕੰਪੋਜ਼ ਕੀਤੇ ਗਏ ਸੀਗੇ ਨਾਰਦਰਨ ਇੰਡੀਅਨ ਕੌਂਟੀਨੈਂਟ ਦੇ ਵਿੱਚ। ਸਾਡਾ ਜੋ ਇੰਡੀਆ ਹੈ ਅਸੀਂ 4 ਪਾਰਟਸ ਦੇ ਵਿੱਚ ਇਹਨੂੰ ਕਵਰ ਕਰਦੇ ਹਾਂ। ਉੱਪਰ ਨਾਰਥ ਆ, ਸਾਡੇ ਨੀਚੇ ਸਾਊਥ ਆ, ਇਸ ਪਾਸੇ ਸਾਡੇ ਕੋਲੇ ਵੈਸਟ ਆ ਜਾਂਦਾ ਹੈ, ਇਸ ਪਾਸੇ ਸਾਡੇ ਕੋਲੇ ਈਸਟ ਆ ਜਾਂਦਾ ਹੈ। ਇਸ ਤਰੀਕੇ ਨਾਲ ਅਸੀਂ ਜੋ ਡਾਇਰੈਕਸ਼ਨਸ ਨੇ ਉਸ ਦੇ ਵਿੱਚ ਅਸੀਂ ਕਵਰ ਕਰਦੇ ਹਾਂ। ਤਾਂ ਇਸ ਪਾਰਟ ਦੇ ਵਿੱਚ ਕਹਿਣ ਦਾ ਮਤਲਬ ਗੰਗਾ ਦੇ ਖੇਤਰਾਂ ਦੇ ਵਿੱਚ, ਇਸ ਪਾਰਟ ਦੇ ਵਿੱਚ ਜੋ ਵੇਦਾਸ ਨੇ ਜੋ ਉਹ ਕੰਪੋਜ਼ ਕੀਤੇ ਗਏ ਸੀਗੇ। ਸੋ ਅਸੀਂ ਜਿਹੜੇ 4-5 ਕੁਐਸਚਨ ਸਾਡੇ ਕੋਲੇ ਆ ਰਹੇ ਨੇ ਅਸੀਂ ਉਹਨਾਂ ਨੂੰ ਕਵਰ ਕਰਦੇ ਹਾਂ। ਪਹਿਲੀ ਜੋ ਸਾਡੇ ਕੋਲੇ ਕੁਐਸਚਨ ਆ ਰਿਹਾ 116 ਨੰਬਰ, ਜਿਹਦੇ ਵਿੱਚ 4 ਆਪਸ਼ਨਸ ਨੇ ਕਿ ਜਿਹੜੇ ਵਪਾਰ ਨੂੰ ਨਿਯੰਤਰਿਤ ਕਰਦੇ ਸਨ, ਪਸ਼ੂ ਪਾਲਕ ਦਾ ਧੰਦਾ ਕਰਦੇ ਸਨ, ਗਊ ਚਰਵਾਹੇ ਜਾਂ ਹਲ ਵਾਹਕ ਸਨ। ਤਾਂ ਇਸ ਦਾ ਜੋ ਸਹੀ ਆਨਸਰ ਇਹ ਹੋਏ ਜਿਹੜੇ ਵਪਾਰ ਨੂੰ ਨਿਯੰਤਰਿਤ ਕਰਦੇ ਸਨ। ਨੈਕਸਟ ਕੁਐਸਚਨ ਸਾਡੇ ਕੋਲੇ ਆ ਰਿਹਾ ਹੈ ਕਿ ਸਮਾਜ ਦੇ 4 ਵਰਨਾਂ ਦਾ ਜ਼ਿਕਰ ਕਿਹੜੇ ਗ੍ਰੰਥ ਵਿੱਚ ਮਿਲਦਾ ਹੈ? ਯਜੁਰਵੇਦ 'ਚ, ਹਿਰਣਯੇਗ ਸੁਕਤ 'ਚ, ਰਿਗਵੇਦ ਦੇ ਪੁਰਸ਼ ਮੁਕਤ ਦੇ ਵਿੱਚ, ਜਾਂ ਫਿਰ ਸ਼ਤਪਥ ਬ੍ਰਾਹਮਣ ਦੇ ਵਿੱਚ। ਤਾਂ ਉਹ ਮਿਲਦਾ ਹੈ ਸਾਡੇ ਨੂੰ ਰਿਗਵੇਦ ਦੇ ਪੁਰਸ਼ ਮੁਕਤ ਦੇ ਵਿੱਚ। ਨੈਕਸਟ ਕੁਐਸਚਨ ਆ ਕਿ ਵੈਦਿਕ ਕਾਲ ਵਿੱਚ ਰਾਜਿਆਂ ਦੁਆਰਾ ਲੋਕਾਂ ਤੋਂ ਇਕੱਠੇ ਕੀਤੇ ਗਏ ਘਰ ਨੂੰ ਕਿਹਾ ਜਾਂਦਾ ਸੀਗਾ? ਬਾਲੀ, ਵਰਮਨ, ਵਿਦਾਤਾ ਜਾਂ ਫਿਰ ਕਾਰਾ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬਾਲੀ, ਉਸ ਨੂੰ ਵਾਲੀ ਕਿਹਾ ਜਾਂਦਾ ਸੀਗਾ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਹੇਠ ਲਿਖਿਆਂ ਚੋਂ ਕਿਹੜੀ ਉੱਤਰ ਵੈਦਿਕ ਕਾਲ ਦੀ ਇੱਕ ਮਹੱਤਵਪੂਰਨ ਸਲਤਨਤ ਨਹੀਂ ਸੀਗੀ? ਗੁਰੂ ਪੰਚਾਲਾ, ਕੌਸਲ, ਵਿਦੇਹ ਜਾਂ ਫਿਰ ਗੰਧਾਰ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਸਾਡੇ ਕੋਲੇ ਹੈ ਗੰਧਾਰ ਉਸ ਟਾਈਮ ਦੀ ਜੋ ਸਲਤਨਤ ਆ ਉਹ ਨਹੀਂ ਸੀਗੀ। ਨੈਕਸਟ ਕੁਐਸਚਨ ਹੈ 1915 ਵਿੱਚ ਖੋਜ ਕੀਤੇ ਗਏ ਪੁਰਾਲੇਖ ਕਿਹੜੇ ਸਨ ਜੋ ਉਲੇਖ ਕਰਦੇ ਹਨ ਕਿ ਰਾਜਾ ਅਸ਼ੋਕਾ ਪ੍ਰਿਯਦਰਸ਼ੀ ਉਸ ਦਾ ਲੇਖਕ ਹੈ? ਕਿ ਇਹ ਵਾਲੇ ਜੋ ਖੋਜ ਕੀਤੇ ਗਏ ਪੁਰਾਲੇਖ ਸੀਗੇ ਜਿਹੜੇ ਸਾਡੇ ਕੋਲ ਇਹ ਅਸੀਂ ਡਿਸਕਵਰ ਕੀਤੇ ਸੀਗੇ, ਇਹਨਾਂ ਦਾ ਰਾਈਟਰ ਰਾਜਾ ਅਸ਼ੋਕਾ ਹੈ। ਸਾਨੂੰ ਕਿਹਨਾਂ ਤੋਂ ਪਤਾ ਲੱਗਦਾ ਹੈ? ਸਾਡੇ ਕੋਲ 4 ਆਪਸ਼ਨਸ ਨੇਗੀਆਂ, ਮਾਨਸੇਰਾ ਪੁਰਾਲੇਖ, ਗਿਰਨਾਰ ਪੁਰਾਲੇਖ, ਜਾਂ ਫਿਰ ਮਾਸਕੀ ਪੁਰਾਲੇਖ, ਜਾਂ ਫਿਰ ਸਾਰਨਾਥ ਦੇ ਪੁਰਾਲੇਖ। ਤਾਂ ਇਹਦਾ ਸਹੀ ਆਨਸਰ ਹੈ ਮਾਸਕੀ ਪੁਰਾਲੇਖ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਗੁੱਦਾ ਅਤੇ ਕਾਗਜ਼ ਉਦਯੋਗ ਆਧਾਰਿਤ ਹਨ ਖੇਤੀ ਤੇ, ਸਮੁੰਦਰਾਂ ਤੇ, ਜੰਗਲਾਂ ਤੇ ਜਾਂ ਫਿਰ ਖਣਿਜਾਂ ਤੇ। ਇਸ ਦਾ ਜੋ ਸਾਡੇ ਕੋਲੇ ਸਹੀ ਆਨਸਰ ਹੈ ਉਹ ਹੈ, ਕਿਉਂਕਿ ਗੁੱਦਾ ਹੋ ਗਿਆ, ਕਾਗਜ਼ ਹੋ ਗਿਆ। ਕਾਗਜ਼ ਅਸੀਂ ਅਕਸਰ ਪੜ੍ਹਦੇ ਆ ਰਹੇ ਹਾਂ ਕਿ ਅਗਰ ਦਰਖਤ ਬਚਾਉਣੇ ਨੇ ਤਾਂ ਕਾਗਜ਼ ਘੱਟ ਤੋਂ ਘੱਟ ਯੂਜ਼ ਕਰੋ, ਦਰਖਤ ਬਚਾਉਣੇ ਨੇ ਤਾਂ ਕਾਗਜ਼ ਘੱਟ ਤੋਂ ਘੱਟ ਯੂਜ਼ ਕਰੋ। ਤਾਂ ਓਬਵੀਅਸ ਜੀ ਗੱਲ ਹੈ ਕਿ ਜਿਹੜਾ ਕਾਗਜ਼ ਬਣ ਰਿਹਾ ਉਹ ਜੰਗਲਾਂ ਤੋਂ ਬਣ ਰਿਹਾ ਹੋਊਗਾ। ਸੋ ਸਹੀ ਆਨਸਰ ਜੰਗਲਾਂ ਦੇ ਉੱਪਰ ਅਸੀਂ ਆਧਾਰਿਤ ਹਾਂ, ਜੰਗਲ ਹੋ ਗਿਆ। ਨੈਕਸਟ ਕੁਐਸਚਨ ਆ ਕਿ ਭੂਗੋਲਿਕ ਉੱਤਰ ਧਰੁਵ ਅਤੇ ਭੂਗੋਲਿਕ ਦੱਖਣੀ ਧਰੁਵ ਦੋਵਾਂ ਤੇ ਕਿਹੜੀ ਸਦਰੰਭ ਰੇਖਾ ਲੰਘਦੀ ਹੈ? ਅਸੀਂ ਆਲਰੇਡੀ ਕਵਰ ਕੀਤਾ ਹੋਇਆ ਹੈ। ਸਾਡਾ ਆਹ ਗਲੋਬ ਆ ਗਿਆ, ਗਲੋਬ ਦੇ ਉੱਪਰ ਅਸੀਂ ਲਾਈਨਸ ਖਿੱਚੀਆਂ ਹੋਈਆਂ ਨੇ, ਕੁਛ ਇੱਕ ਲੌਂਗੀਟਿਊਡ ਨੇ, ਕੁਛ ਇੱਕ ਲੈਟੀਟਿਊਡ ਨੇਗੀਆਂ, ਹੈ ਨਾ।
ਤਾਂ ਜੋ ਉੱਪਰ ਆ ਚੀਜ਼ ਆ ਪੁਆਇੰਟ ਆ, ਇਹਨੂੰ ਅਸੀਂ ਕਹਿ ਦਿੰਦੇ ਆ ਨਾਰਥ ਪੋਲ। ਜੋ ਆ ਚੀਜ਼ ਆ ਇਹਨੂੰ ਅਸੀਂ ਕਹਿ ਦਿੰਦੇ ਆ ਸਾਊਥ ਪੋਲ। ਤੇ ਸਾਨੂੰ ਜੋ ਕੁਐਸਚਨ ਪੁੱਟ ਕੀਤਾ ਗਿਆ ਹੈ ਉਹ ਪੁੱਟ ਕੀਤਾ ਗਿਆ ਹੈ ਕਿ ਨਾਰਥ ਪੋਲ ਤੋਂ ਸਾਊਥ ਪੋਲ ਤੱਕ ਜਿਹੜੀ ਆ ਲਾਈਨ ਲੰਘਦੀ ਆ ਲੌਂਗੀਟਿਊਡ ਦੀ, ਉਹਨੂੰ ਅਸੀਂ ਕੀ ਕਹਿੰਦੇ ਆ? ਉਹਨੂੰ ਅਸੀਂ ਲੌਂਗੀਟਿਊਡ ਕਹਿੰਦੇ ਆ, ਉਹਨੂੰ ਅਸੀਂ ਲੈਟੀਟਿਊਡ ਕਹਿੰਦੇ ਆ। ਹੋਰ ਆਪਸ਼ਨਸ ਕੀ ਨੇ? ਲੈਟੀਟਿਊਡ, ਲੌਂਗੀਟਿਊਡ, ਉਹਨੂੰ ਅਸੀਂ ਟ੍ਰੋਪਿਕ ਆਫ ਕੈਂਸਰ ਕਹਿੰਦੇ ਆ ਅਸੀਂ ਉਹਨੂੰ, ਜਾਂ ਫਿਰ ਟ੍ਰੋਪਿਕ ਆਫ ਕੈਪਰੀਕੌਨ ਕਹਿੰਦੇ ਆ। ਤਾਂ ਇਸ ਦਾ ਓਬਵੀਅਸ ਆ ਕਿ ਹੁਣ ਸਹੀ ਆਨਸਰ ਇਸ ਨੂੰ ਦੇਖ ਕੇ ਤੁਸੀਂ ਦੱਸ ਹੀ ਸਕਦੇ ਹੋ ਕਿ ਆਹ ਵਾਲੀ ਲਾਈਨ ਦਾ ਜ਼ਿਕਰ ਕੀਤਾ ਗਿਆ ਤਾਂ ਇਸ ਨੂੰ ਅਸੀਂ ਲੌਂਗੀਟਿਊਡ ਕਹਿੰਦੇ ਆ। ਤਾਂ ਸਾਡਾ ਜੋ ਸਹੀ ਆਨਸਰ ਹੈ ਉਹ ਕੀ ਹੋਵੇਗਾ? 0 ਡਿਗਰੀ ਲੌਂਗੀਟਿਊਡ। ਇਹਨਾਂ ਨੂੰ ਵੀ ਅਸੀਂ ਗਾਇਸ ਡਿਟੇਲ ਦੇ ਵਿੱਚ ਕਰਾਂਗੇ ਜਦੋਂ ਵੀ ਆਪਣੇ ਲੈਕਚਰ ਸ਼ੁਰੂ ਹੋ ਗਏ। ਨੈਕਸਟ ਕੁਐਸਚਨ ਹੈ ਕਿ ਲੂ ਉਦਾਹਰਨ ਹੈ। ਲੂ ਸਾਡੇ ਪੰਜਾਬ ਦਾ ਕਾਮਨ ਵਰਡ ਆ। ਅੱਜ ਕੱਲ੍ਹ ਜਿਹੜਾ ਮੌਸਮ ਚੱਲ ਰਿਹਾ ਹੈ ਲੂਆਂ ਦਾ ਹੀ ਚੱਲ ਰਿਹਾ, ਜਿਹੜੀ ਅਸੀਂ ਕਹਿ ਦਿੰਦੇ ਹਾਂ ਕਿ ਲੂ ਬਹੁਤ ਚੱਲ ਰਹੀ ਆ, ਗਰਮ ਹਵਾ ਬਹੁਤ ਤੇਜ਼ ਚੱਲ ਰਹੀ ਆ। ਜਿਹੜੀ ਲੂ ਆ ਜਾਂ ਗਰਮ ਹਵਾ ਹੈ, ਬਹੁਤ ਜ਼ਿਆਦਾ ਗਰਮ ਹਵਾ ਜਿਹੜੀ ਹੁੰਦੀ ਆ, ਉਹ ਸਥਾਨਕ ਪੌਣ ਹੁੰਦੀ ਆ, ਉਹ ਵਪਾਰਕ ਪੌਣ ਹੁੰਦੀ ਆ, ਉਹ ਕੈਟਾਬੈਟਿਕ ਪੌਣ ਹੁੰਦੀ ਆ, ਜਾਂ ਫਿਰ ਉਹ ਧਰੂਵੀ ਪੌਣ ਹੁੰਦੀ ਆ। ਇੰਗਲਿਸ਼ ਦੇ ਵਿੱਚ ਲੋਕਲ ਵਿੰਡ ਹੁੰਦੀ ਆ, ਟ੍ਰੇਡ ਵਿੰਡ ਹੁੰਦੀ ਆ, ਕੈਟਾਬੈਟਿਕ ਹੁੰਦੀ ਆ, ਫਿਰ ਪੋਲਰ ਹੁੰਦੀ ਆ। ਸੋ ਇਸ ਦਾ ਜੋ ਸਹੀ ਆਨਸਰ ਉਹ ਸਥਾਨਕ ਹੁੰਦੀ ਆ, ਉਹ ਲੋਕਲ ਹੁੰਦੀ ਆ। ਉਹ ਕਿਸੇ ਜਗ੍ਹਾ ਤੇ ਤੇਜ਼ ਹੁੰਦੀ ਹੈ, ਕਿਸੇ ਜਗ੍ਹਾ ਤੇ ਗਰਮ ਹੁੰਦੀ ਹੈ, ਕਿਸੇ ਜਗ੍ਹਾ ਤੇ ਨਹੀਂ ਹੁੰਦੀ। ਸੋ ਆਪਣੇ ਪੰਜਾਬ ਦੇ ਵਿੱਚ ਇਸ ਨੂੰ ਖਾਸ ਤੌਰ ਤੇ ਅਸੀਂ ਲੂ ਕਹਿੰਦੇ ਆ। ਪੰਜਾਬ ਇਹਦੀ ਇੱਕ ਬਹੁਤ ਸੋਹਣੀ ਐਗਜ਼ਾਮਪਲ ਆ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਭੂਮੀ ਪੌਣ ਕਾਰਨ ਹੈ। ਲੈਂਡ ਬ੍ਰੀਜ਼ ਇਜ਼ ਦਾ ਫਿਨੋਮੀਨਾ ਆਫ ਮੈਦਾਨੀ ਖੇਤਰ ਦਾ, ਕੋਸਟਲ ਏਰੀਆ ਦਾ, ਮਾਰੂਥਲ ਖੇਤਰ ਦਾ, ਜਾਂ ਫਿਰ ਪਹਾੜੀ ਇਲਾਕੇ ਦਾ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਤਟਵਰਤੀ ਖੇਤਰ, ਕੋਸਟਲ ਏਰੀਆ ਦਾ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕਿ ਧਰਤੀ ਦੀ ਗਰਮਾਹਟ ਤੋਂ ਪ੍ਰਾਪਤ ਕੀਤੀ ਗਈ ਊਰਜਾ ਨੂੰ ਕਿਹਾ ਜਾਂਦਾ ਹੈ ਗੈਰ ਰਸਮੀ ਊਰਜਾ, ਭੂ-ਤਾਪ ਊਰਜਾ, ਸੌਰ ਊਰਜਾ, ਜਾਂ ਫਿਰ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਇਸ ਨੂੰ ਕਿਹਾ ਜਾਂਦਾ ਹੈ ਜੀਓਥਰਮਲ ਐਨਰਜੀ, ਭੂ-ਤਾਪ ਊਰਜਾ। ਨੈਕਸਟ ਕੁਐਸਚਨ ਅਸੀਂ ਕਵਰ ਕਰ ਰਹੇ ਹਾਂ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਕੁਐਸਚਨ ਨੰਬਰ 126। ਅਸੀਂ ਦੱਸਣਾ ਹੈ ਸਮੋਲੈਸਟ ਪਲੈਨਟ ਕਿਹੜਾ ਹੈ ਸਾਡੇ ਸੋਲਰ ਸਿਸਟਮ ਦੇ ਵਿੱਚ। ਲਾਰਜੈਸਟ ਪਲੈਨਟ ਸਾਡੇ ਸੋਲਰ ਸਿਸਟਮ ਦੇ ਵਿੱਚ ਕਿਹੜਾ ਹੈ। ਸੂਰਜ ਵੱਲੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਕਿਹੜਾ ਹੈ। ਸੂਰਜ ਦਾ ਨੇੜਲਾ ਗ੍ਰਹਿ ਕਿਹੜਾ ਹੈ। ਅਸੀਂ 4 ਕਵਰ ਕਰਨੇ ਨੇ ਗਾਇਜ਼। ਇਹਦੇ ਬਾਰੇ ਨਾ ਤੁਹਾਨੂੰ ਮੈਂ ਜਦੋਂ ਲੈਕਚਰ ਆਪਾਂ ਸ਼ੁਰੂ ਕਰਾਂਗੇ, ਹੁਣ ਲੰਬਾ ਹੋ ਜਾਊਗਾ ਥੋੜਾ ਜਿਹਾ ਟੌਪਿਕ, ਜਦੋਂ ਆਪਾਂ ਲੈਕਚਰ ਸ਼ੁਰੂ ਕਰਾਂਗੇ ਤੁਹਾਨੂੰ ਇਸ ਤਰੀਕੇ ਨਾਲ ਮੈਂ ਕਰਵਾਵਾਂਗਾ ਕਿ ਸਾਰੀ ਦੀ ਸਾਰੀ ਤੁਹਾਨੂੰ ਸੀਰੀਅਲ ਆਰਡਰ, ਇੱਕ ਤਾਂ ਸੀਰੀਅਲ ਦੇ ਵਿੱਚ ਸੂਰਜ ਤੋਂ ਲੈ ਕੇ ਐਂਡਲੇ 8 ਗ੍ਰਹਿਾਂ ਤੱਕ, 8 ਪਲੈਨਟਸ ਤੱਕ ਤੁਹਾਨੂੰ ਕਿਹੜਾ ਕਿਸ ਤੋਂ ਬਾਅਦ ਕਿਹੜਾ ਹੁੰਦਾ, ਕਿਸ ਤੋਂ ਬਾਅਦ ਕਿਹੜਾ ਹੁੰਦਾ, ਕਿਸ ਤੋਂ ਬਾਅਦ ਕਿਹੜਾ ਹੁੰਦਾ, ਤੁਸੀਂ ਜ਼ਿੰਦਗੀ 'ਚ ਕਦੇ ਨਹੀਂ ਭੁੱਲੋਗੇ ਅਗਰ ਤੁਹਾਨੂੰ ਇੱਕ ਵਾਰ ਵੀ ਸੁਣ ਲਿਆ। ਦੂਸਰੀ ਚੀਜ਼ ਜੋ ਪੇਪਰ ਦੇ ਵਿੱਚ ਲੈਕਚਰ 'ਚ ਅਸੀਂ ਕਵਰ ਕਰਾਂਗੇ ਕਿ ਸਭ ਤੋਂ ਵੱਡਾ ਕਿਹੜਾ ਹੈ, ਉਸ ਤੋਂ ਛੋਟਾ ਕਿਹੜਾ ਹੈ, ਉਸ ਤੋਂ ਛੋਟਾ ਕਿਹੜਾ ਹੈ, ਉਸ ਤੋਂ ਛੋਟਾ ਕਿਹੜਾ ਹੈ। ਇਸ ਨੂੰ ਵੀ ਤੁਸੀਂ ਜ਼ਿੰਦਗੀ 'ਚ ਕਦੇ ਨਹੀਂ ਭੁੱਲੋਗੇ। ਇਸ ਤਰੀਕੇ ਨਾਲ ਤੁਹਾਨੂੰ ਕਵਰ ਕਰਵਾਉਂਗਾ ਮੈਂ, ਠੀਕ ਹੈ। ਸੋ ਫਿਲਹਾਲ ਦੇ ਲਈ ਸੌਰ ਮੰਡਲ ਦਾ, ਸੋਲਰ ਸਿਸਟਮ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ। ਸਾਡੇ ਕੋਲ 4 ਆਪਸ਼ਨ ਦਿੱਤੀਆਂ ਹੋਈਆਂ ਨੇ, 5 ਆਪਸ਼ਨ। ਇਹਦੇ ਵਿੱਚੋਂ ਪਲੂਟੋ ਆ। ਬਟ ਅਗਰ ਅਸੀਂ, ਕਿਉਂਕਿ ਪੇਪਰ ਆ ਜੋ ਹੈ 2013 ਦਾ ਹੈ, ਬਟ ਅਗਰ ਅਸੀਂ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਪਲੂਟੋ ਨੂੰ ਖਤਮ ਕਰ ਦਿੱਤਾ ਗਿਆ ਹੈ। ਪਲੂਟੋ ਨੂੰ ਡਵਾਰਫ ਪਲੈਨਟ ਦਾ ਦਰਜਾ ਦਿੱਤਾ ਗਿਆ ਹੈ। ਮਤਲਬ ਕਿ ਅੱਜ ਕੱਲ੍ਹ ਜਿਹੜੇ ਸਾਡੇ ਕੋਲੇ ਪਲੈਨਟ ਨੇ ਉਹ 8 ਨੇ। ਜਿਹੜੇ ਹੁਣ ਤੱਕ ਅਸੀਂ ਪੜ੍ਹਦੇ ਆ ਸੀਗੇ 9 ਪਲੈਨਟ, ਹੈ ਨਾ, 9ਵਾਂ ਪਲੂਟੋ ਹੁੰਦਾ ਸੀਗਾ ਜਿਸ ਨੂੰ ਕਿ ਗਲਤ ਖਤਮ ਕਰ ਦਿੱਤਾ ਗਿਆ। ਸੋ ਅੱਜ ਕੱਲ੍ਹ 8 ਪਲੈਨਟ ਨੇ। ਬਟ ਅਸੀਂ ਅਕੋਰਡਿੰਗ ਟੂ ਅਗਰ ਦੇਰ ਟਾਈਮ ਚੱਲੀ ਹੈ, ਅਕੋਰਡਿੰਗ ਟੂ ਅਸੀਂ 2013 ਚੱਲੀ ਹੈ, ਤਾਂ ਪਹਿਲੇ ਦਾ ਆਨਸਰ ਸਾਡੇ ਕੋਲੇ ਹੋ ਗਿਆ A, 4 ਨੰਬਰ ਆਪਸ਼ਨ। ਦੂਸਰਾ ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ, ਉਹ ਹੈਗਾ ਜੁਪੀਟਰ, ਬ੍ਰਹਿਸਪਤੀ। ਤੀਸਰਾ ਕਿ ਸੂਰਜ ਵੱਲੋਂ ਗਿਣਦੇ ਹੋਏ ਸੌਰ ਮੰਡਲ ਦਾ ਦੂਜਾ ਗ੍ਰਹਿ ਕਿਹੜਾ ਹੈ। ਦੂਜੇ ਨੰਬਰ ਤੇ ਸਾਡੇ ਕੋਲੇ ਕਿਹੜਾ ਗ੍ਰਹਿ ਹੁੰਦਾ ਹੈ, ਦੂਜੇ ਨੰਬਰ ਤੇ ਸਾਡੇ ਕੋਲੇ ਹੁੰਦਾ ਹੈ ਸ਼ੁਕਰ ਗ੍ਰਹਿ, ਵੀਨਸ। ਉਸ ਤੋਂ ਬਾਅਦ ਸਾਡੇ ਕੋਲੇ ਸਭ ਤੋਂ ਛੋਟਾ ਗ੍ਰਹਿ ਜਾਂ ਫਿਰ ਸੂਰਜ ਦਾ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ, ਉਹ ਹੈਗਾ ਸਾਡਾ ਬੁੱਧ ਗ੍ਰਹਿ, ਮਰਕਰੀ। ਸੋ ਅਗਰ ਅਸੀਂ ਇਸ ਆਪਸ਼ਨ ਦੇ ਅਕੋਰਡਿੰਗ ਚੱਲੀਏ, A ਦੀ ਆਪਸ਼ਨ ਹੈਗੀ ਆ 4, ਆ ਪਿਆ ਸਾਡੇ ਕੋਲੇ A, ਇਹਦੀ ਆਪਸ਼ਨ 4 ਆ ਪਈ ਆ। ਉਸ ਤੋਂ ਬਾਅਦ ਸਾਡੇ ਕੋਲੇ B ਦੀ ਆਪਸ਼ਨ ਹੈਗੀ ਆ ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ, B ਦੀ ਆਪਸ਼ਨ ਹੈਗੀ 3, C ਦੀ ਆਪਸ਼ਨ ਹੈਗੀ ਸਾਡੇ ਕੋਲੇ 2 ਤੇ D ਦੀ ਆਪਸ਼ਨ ਹੈਗੀ ਸਾਡੇ ਕੋਲੇ 1। ਸੋ ਸਾਡੀ ਸਹੀ ਆਪਸ਼ਨ ਕਿਹੜੀ ਹੋਈ, D। ਨੈਕਸਟ ਕਵਰ ਕਰਦੇ ਹਾਂ ਕਿ ਰੋਮਨ ਸਾਮਰਾਜ ਨਾਲ ਸਭ ਤੋਂ ਪਹਿਲਾਂ ਵਪਾਰਕ ਸੰਬੰਧ ਸਥਾਪਿਤ ਕਰਨ ਵਾਲੇ ਸਨ। ਕੁਸ਼ਾਨ ਸੀਗੇ, ਤਮਿਲ ਤੇ ਚੇਰਾ ਸਲਤਨਤ ਸੀਗੀ, ਪੱਛਮੀ ਸ਼ਕ ਸੀਗੇ, ਜਾਂ ਫਿਰ ਵਕਾਟਕ ਸੀਗੇ। ਇਸ ਦਾ ਸਹੀ ਆਨਸਰ ਹੈ ਤਮਿਲ ਅਤੇ ਚੇਰਾ ਸਲਤਨਤ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਦਿੱਲੀ ਸਲਤਨਤ ਦਾ ਸਭ ਤੋਂ ਪਹਿਲਾ ਸਰਵ ਸੱਤਾਧਾਰੀ ਰਾਜਾ ਕਿਹੜਾ ਸੀਗਾ। ਸੋ ਆਪਸ਼ਨਸ ਨੂੰ ਦੇਖਦੇ ਹੋਏ ਸਾਡੇ ਕੋਲੇ ਜੋ ਪਹਿਲਾ ਆਨਸਰ ਆ ਰਿਹਾ ਹੈ ਉਹ ਹੈ ਇਲਤੁਤਮਿਸ਼। ਨੈਕਸਟ ਕੁਐਸਚਨ ਹੈ ਸਾਡੇ ਕੋਲੇ 129 ਕਿ ਜੂਨ 1756 ਵਿੱਚ ਨਵਾਬ ਸਿਰਾਜੁਦੌਲਾ ਨੇ ਅੰਗਰੇਜ਼ਾਂ ਵਿਰੁੱਧ ਆਪਣੀ ਮੁਹਿੰਮ ਵਿੱਚ ਸਭ ਤੋਂ ਵੱਡੀ ਗਲਤੀ ਕਿਹੜੀ ਕੀਤੀ ਸੀਗੀ। ਕਿ ਉਹ ਬੰਗਾਲ ਵਿੱਚ ਅੰਗਰੇਜ਼ਾਂ ਦੀ ਸਮੁੱਚੀ ਤਾਕਤ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਿਹਾ। ਉਹ ਆਪਣੇ ਦਰਬਾਰ ਦੇ ਅਹਿਲਕਾਰਾਂ ਦੀਆਂ ਸਾਜ਼ਿਸ਼ਾਂ ਤੇ ਧੋਖੇਬਾਜ਼ੀਆਂ ਤੋਂ ਨਾ ਵਾਕਿਫ ਰਿਹਾ।
ਉਸਨੇ ਅੰਗਰੇਜ਼ਾਂ ਨੂੰ ਉਹਨਾਂ ਦੇ ਜਹਾਜ਼ਾਂ ਦੇ ਨਾਲ ਫੁਲਟਾਕ ਤੇ ਜਾਣ ਦਿੱਤਾ। ਉਹ ਆਪਣੇ ਮਮੇਰੇ ਭਰਾ ਸ਼ੌਕਤ ਜੰਗ ਦਾ ਭਰੋਸਾ ਜਿੱਤਣ ਵਿੱਚ ਅਸਫਲ ਰਿਹਾ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਆਪਸ਼ਨ ਸੀ ਕਿ ਉਸਨੇ ਅੰਗਰੇਜ਼ਾਂ ਨੂੰ ਉਹਨਾਂ ਦੇ ਜਹਾਜ਼ਾਂ ਦੇ ਨਾਲ ਜਾਣ ਦਿੱਤਾ ਸੀਗਾ। ਨੈਕਸਟ ਕੁਐਸਚਨ ਸਾਡੇ ਕੋਲ 103 ਨੰਬਰ ਆ ਰਿਹਾ ਹੈ ਕਿ 20ਵੀਂ ਸਦੀ ਦੇ ਆਰੰਭਕ ਦੌਰ ਦੇ ਵਿੱਚ ਭਾਰਤੀ ਰਾਸ਼ਟਰੀ ਅੰਦੋਲਨ ਦੀ ਦਿਸ਼ਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਬਾਹਰਲੀ ਮਹੱਤਵਪੂਰਨ ਘਟਨਾ ਕਿਹੜੀ ਸੀਗੀ? ਰੂਸ ਦੀ ਕ੍ਰਾਂਤੀ, रूसी रेवोल्यूशन, रशियन रेवोल्यूशन 1917 या फिर द रूसो जापानीज वॉर, रूस ਅਤੇ ਜਾਪਾਨ ਦੀ ਜੰਗ 1904-5, ਫਸਟ ਵਰਲਡ ਵਾਰ ਦਾ ਆਰੰਭ ਜਾਂ ਫਿਰ ਬੋਇਰੇ ਜੰਗ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ रूस जापान 1904 ਤੋਂ 5। ਨੈਕਸਟ ਕੁਐਸਚਨ, ਇਸ ਨਿਰਣੇ ਨੂੰ ਖਾਰਜ ਕਰਨਾ ਮੁਸ਼ਕਿਲ ਹੈ ਕਿ ਆਜ਼ਾਦੀ ਦੀ ਪਹਿਲੀ ਰਾਸ਼ਟਰੀ ਜੰਗ ਨਾ ਤਾਂ ਪਹਿਲੀ ਸੀ ਤੇ ਨਾ ਹੀ ਰਾਸ਼ਟਰ ਲਈ ਅਤੇ ਨਾ ਹੀ ਆਜ਼ਾਦੀ ਲਈ ਸੀ। ਇਹ ਕਥਨ ਕਿਸ ਨੇ ਲਿਖਿਆ? एस.एन. सेन ने, ताराचंद ने, के दत्ता ने या फिर आर.सी. मजूमदार ने। इसका जो सही आंसर है वो है सी, आर.सी. मजूमदार। नैक्सट क्वेश्चन, 1908 दौरान इलाहाबाद विच हुई भारतीय राष्ट्र कांग्रेस की बैठक की प्रधानगी करने वाला सब तो पहला अंग्रेज कौन सीगा? तो इसका जो सही आंसर है वो है जॉर्ज यूले, जिसने के पहले अंग्रेज के तौर पर बैठक की सी कांग्रेसी इंडियन नैशनल कांग्रेस के सैशन की, जो इलाहाबाद च होया सीगा। नैक्सट क्वेश्चन है साडे कोले कि मोहनजोदारो तो प्राप्त हुई पशुपति वाली मोहर विच रब नूं योगी मुद्रा च दिखाया गया है, जिस दे आले दुआले 4 जानवर हैं। उन्हां जानवरां दे नाम दसो। बघियाड़ होया, गेंडा, मझ, घोड़ा, बघियाड़, गेंडा, सप, साण, शेर, गेंडा, सप, साण, बघियाड़, गेंडा, मझ ते हाथी। तो इसका जो सही आंसर है वो साडे कोले डी, बघियाड़, गेंडा, मझ ते हाथी। नैक्सट क्वेश्चन ਅਸੀਂ ਜੋ ਕਵਰ ਕਰਨਾ ਹੈ ਉਹ ਹੈ ਹੇਠ ਲਿਖਿਆਂ ਚੋਂ 19ਵੀਂ ਸਦੀ ਵਿੱਚ ਕਿਹੜੀ ਨਾਰੀ ਸੁਧਾਰਕ ਨੇ ਸਤਰੀ ਪ੍ਰਸ਼ੂਪ ਤੁਲਨਾ ਨਾਮਕ ਕਿਤਾਬ ਲਿਖੀ, ਜਿਸ ਵਿੱਚ ਉਸਨੇ ਮਰਦ ਅਤੇ ਔਰਤ ਵਿਚਲੇ ਸਮਾਜਿਕ ਭੇਦਭਾਵ ਦੀ ਆਲੋਚਨਾ ਕੀਤੀ? ਤਾਰਾਬਾਈ ਸ਼ਿੰਦੇ, ਪੰਡਿਤਾ ਰਾਮਾਬਾਈ, ਬੇਗਮ ਰੁਕਈਆ ਸ਼ਖਾਵਤ ਹੁਸੈਨ ਜਾਂ ਫਿਰ ਐਨੀ ਬੈਸੈਂਟ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਤਾਰਾਬਾਈ ਸ਼ਿੰਦੇ। ਨੈਕਸਟ ਕੁਐਸਚਨ ਅਸੀਂ ਕਵਰ ਕਰ ਰਹੇ ਹਾਂ। ਕੁਐਸਚਨ ਨੰਬਰ ਸਾਡੇ ਕੋਲੇ ਆ ਰਿਹਾ 135 ਸਾਡੇ ਕੋਲੇ ਜੋ ਕੁਐਸਚਨ ਹੈ ਉਹ ਕਹਿ ਰਿਹਾ ਹੈ ਕਿ ਨਾ ਵਕੀਲ, ਨਾ ਅਪੀਲ, ਨਾ ਦਲੀਲ, ਇਸ ਕਥਨ ਦਾ ਇਸ਼ਾਰਾ ਕਿਸ ਵੱਲ ਹੈ? ਔਲਬਰਟ ਬਿੱਲ, ਸਾਈਮਨ ਕਮਿਸ਼ਨ, ਰੋਲਟ ਐਕਟ ਜਾਂ ਫਿਰ ਆਜ਼ਾਦ ਹਿੰਦ ਫੌਜ। ਗਾਇਜ਼ ਇਹ ਵਾਲਾ ਜੋ ਬਿੱਲ ਸੀਗਾ ਇਹ ਬਿੱਲ ਸੀਗਾ ਰੋਲਟ ਐਕਟ ਬਿੱਲ। ਇਸ ਲਈ ਇਹਦੇ ਵਿੱਚ ਕੀ ਸੀਗਾ ਕਿ ਜਿਸ ਬੰਦੇ ਦੇ ਵੀ ਸਰਕਾਰ ਨੂੰ ਬ੍ਰਿਟਿਸ਼ ਗਵਰਨਮੈਂਟ ਨੂੰ ਸ਼ੱਕ ਪੈਂਦੀ ਸੀਗੀ ਉਹ 2 ਸਾਲ ਦੇ ਲਈ ਉਸਨੂੰ ਜੇਲ੍ਹ 'ਚ ਭੇਜ ਦਿੱਤਾ ਜਾਂਦਾ ਸੀਗਾ ਤੇ ਉਹ ਨਾ ਤਾਂ ਕੋਈ ਵਕੀਲ ਕਰ ਸਕਦਾ ਸੀ, ਨਾ ਉਹ ਕੋਈ ਅਪੀਲ ਕਰਦਾ ਸਕਦਾ ਸੀ, ਨਾ ਕੋਈ ਦਲੀਲ ਦੇ ਸਕਦਾ ਸੀਗਾ। ਮਤਲਬ ਕਿ ਬਹੁਤ ਹੀ ਜ਼ਾਲਿਮਾਨਾ ਐਕਟ ਆਇਆ ਸੀਗਾ ਇਹ ਰੋਲਟ ਐਕਟ। ਇਹਦੇ ਬਾਰੇ ਵੀ ਆਪਾਂ ਪੜਾਂਗੇ। ਬਹੁਤ ਹੀ ਜ਼ਾਲਿਮਾਨਾ ਐਕਟ ਸੀਗਾ। ਸੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਰੋਲਟ ਐਕਟ। ਨੈਕਸਟ ਕੁਐਸਚਨ ਹੈ ਕਿ ਵਾਯੂਮੰਡਲ ਵਿੱਚ ਬੱਦਲਾਂ ਦਾ ਵਹਿਣ ਹੁੰਦਾ ਹੈ ਉਹਨਾਂ ਦੇ ਘੱਟ ਤਾਪਮਾਨ ਕਾਰਨ, ਵੇਗ ਕਾਰਨ, ਦਬਾਅ ਕਾਰਨ ਜਾਂ ਫਿਰ ਘਣਤਾ ਕਾਰਨ। ਇਸ ਦਾ ਜੋ ਨੈਕਸਟ ਸਹੀ ਆਨਸਰ ਹੈ ਉਹ ਹੈ ਲੈਸ ਡੈਂਸਿਟੀ ਕਰਕੇ, ਘੱਟ ਘਣਤਾ ਕਾਰਨ। ਕਿਸੇ ਥਾਂ ਦਾ ਤਾਪਮਾਨ ਨਿਰਭਰ ਕਰਦਾ ਹੈ ਐਲਟੀਟਿਊਡ ਤੇ, ਲੈਟੀਟਿਊਡ ਤੇ, ਸਮੁੰਦਰ ਤੋਂ ਉਸਦੀ ਦੂਰੀ ਤੇ ਜਾਂ ਫਿਰ ਉਪਰੋਕਤ ਸਾਰਿਆਂ ਤੇ। ਇਸ ਦਾ ਜੋ ਸਹੀ ਆਨਸਰ ਆਏਗਾ ਉਹ ਆਏਗਾ ਉਪਰੋਕਤ ਸਾਰਿਆਂ ਤੇ। ਇਹ ਵੀ ਅਸੀਂ ਡਿਟੇਲ ਦੇ ਵਿੱਚ ਕਵਰ ਕਰਾਂਗੇ। ਨੈਕਸਟ ਕੁਐਸਚਨ ਹੈ ਕਿ ਮੁੱਢਲੇ ਵਾਤਾਵਰਣੀ ਸ਼ਾਸਕਾਂ ਦਾ ਸਿਧਾਂਤ ਸੀ ਖੇਤੀਬਾੜੀ ਦੀ ਜ਼ਮੀਨ ਕੰਪਨੀ ਦੀ ਮਲਕੀਅਤ ਹੈ ਅਤੇ ਉਸ ਤੋਂ ਹਾਸਿਲ ਹੋਣ ਵਾਲੇ ਵਿੱਤੀ ਲਗਾਨ ਤੇ ਉਹਨਾਂ ਦਾ ਹੀ ਹੱਕ ਬਣਦਾ ਹੈ। ਇਸ ਸੋਚ ਦਾ ਸਮਰਥਨ ਕਰਦਾ ਹੈ ਵੱਧ ਮੁਨਾਫੇ ਦਾ ਸਿਧਾਂਤ, ਵਿਆਜ ਦਾ ਐਜੀਓ ਸਿਧਾਂਤ, ਕੀਨਜ਼ ਦਾ ਆਮਦਨੀ ਅਤੇ ਰੁਜ਼ਗਾਰ ਦਾ ਸਿਧਾਂਤ, ਰਿਕਾਰਡੀਅਨ ਦਾ ਲਗਾਨ ਸਿਧਾਂਤ। ਤਾਂ ਇਸ ਦੇ ਵਿੱਚ ਸਹੀ ਆਨਸਰ ਹੈ ਰਿਕਾਰਡੀਅਨ ਦਾ ਲਗਾਨ ਦਾ ਸਿਧਾਂਤ। ਨੈਕਸਟ ਆ ਕਿ ਧਰੂਵੀ ਖੇਤਰ ਵਿੱਚ ਸੂਰਜੀ ਕਿਰਨਾਂ ਪ੍ਰਾਪਤ ਕਰਦੀਆਂ ਹਨ। ਧਰੂਵੀ ਖੇਤਰ ਘੱਟ ਸੂਰਜੀ ਕਿਰਨਾਂ ਪ੍ਰਾਪਤ ਕਰਦੀਆਂ ਹਨ। ਇਸ ਦਾ ਕਾਰਨ ਕੀ ਹੈ? ਧਰਤੀ ਨਾਲ ਸੂਰਜ ਕਿਰਨਾਂ ਦਾ ਕੋਣ, ਸੂਰਜ ਕਿਰਨਾਂ ਦੀ ਮਿਆਦ, ਸੂਰਜ ਕਿਰਨਾਂ ਵੱਲੋਂ ਤੈਅ ਕੀਤਾ ਗਿਆ ਫਾਸਲਾ ਜਾਂ ਫਿਰ ਵਾਤਾਵਰਣ ਦੀ ਪਾਰਦਰਸ਼ਤਾ। ਇਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ। ਦੇਖੋ ਫੋਰ ਐਗਜ਼ਾਮਪਲ ਇਹ ਹੈਗਾ ਸਾਡਾ ਸੂਰਜ, ਜਿਸ ਨੇ ਕਿ ਨਿਰੰਤਰ ਸਾਨੂੰ ਰੋਸ਼ਨੀ ਦੇਈ ਜਾਣੀ ਹੈ ਨਾ, ਨਿਰੰਤਰ ਰੋਸ਼ਨੀ ਜੋ ਇੱਥੋਂ ਆਈ ਜਾਂਦੀ ਹੈ। ਤੇ ਇਹ ਹੈਗੀ ਹੈ ਸਾਡੀ ਧਰਤੀ। ਤਾਂ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਵੋ ਸੂਰਜ ਦੀ ਸਿੱਧੀ ਰੋਸ਼ਨੀ ਇੱਥੇ ਜ਼ਿਆਦਾ ਪਵੇਗੀ ਜਾਂ ਇੱਥੇ ਜ਼ਿਆਦਾ ਪਵੇਗੀ। ਸੂਰਜ ਦੀ ਜੋ ਸਿੱਧੀ ਰੋਸ਼ਨੀ ਆ ਉਹ ਕਿਸ ਪੁਆਇੰਟ ਤੇ ਜ਼ਿਆਦਾ ਪਵੇਗੀ? ਆਹ ਪੁਆਇੰਟ ਤੇ ਜਾਂ ਪੋਲ ਵਾਲੇ ਪੁਆਇੰਟ ਤੇ ਜਾਂ ਇਸ ਸਲਾਈਡ ਵਾਲੇ ਪੁਆਇੰਟ ਤੇ ਜਾਂ ਇਸ ਸਲਾਈਡ ਵਾਲੇ ਪੁਆਇੰਟ ਤੇ। ਓਬਵੀਅਸ ਜੀ ਗੱਲ ਹੈ ਕਿ ਇਸ ਪੁਆਇੰਟ ਤੇ ਜ਼ਿਆਦਾ ਪਵੇਗੀ। ਅਗਰ ਇਸ ਪੁਆਇੰਟ ਤੇ ਜ਼ਿਆਦਾ ਪਵੇਗੀ ਤਾਂ ਗਰਮੀ ਵੀ ਇੱਥੇ ਹੀ ਜ਼ਿਆਦਾ ਹੋਵੇਗੀ ਨਾ। ਹੌਲੀ ਹੌਲੀ ਜਿਵੇਂ ਉੱਪਰ ਨੂੰ ਜਾਵਾਂਗੇ ਗਰਮੀ ਘਟੂਗੀ, ਜਿਵੇਂ ਨੀਚੇ ਨੂੰ ਜਾਵਾਂਗੇ ਗਰਮੀ ਘਟੂਗੀ। ਸੋ ਸਾਡੇ ਕੋਲੋਂ ਕੁਐਸਚਨ ਪੁੱਛਿਆ ਗਿਆ ਹੈ ਕਿ
ਘੱਟ ਗਰਮੀ ਕਿੱਥੇ ਆ? ਸਿੰਪਲੀ ਸਾਡੇ ਕੋਲੋਂ ਕੁਐਸਚਨ ਪੁੱਛਿਆ ਗਿਆ ਕਿ ਘੱਟ ਸੂਰਜ ਕਿਰਨਾਂ ਪ੍ਰਾਪਤ ਹੁੰਦੀਆਂ ਹਨ, ਤਾਂ ਓਬਵੀਅਸ ਜੀ ਗੱਲ ਆ ਕਿ ਸੂਰਜ ਧਰਤੀ ਦਾ ਨਾਲ ਸੂਰਜ ਕਿਰਨਾਂ ਦਾ ਕੌਣ ਬਣ ਰਿਹਾ ਹੈ ਜਿਹੜਾ ਉੱਥੇ, ਉਸ ਕਰਕੇ ਉਹ ਮੈਂ ਤੁਹਾਨੂੰ ਦਿਖਾ ਦਿੱਤਾ ਕਿ ਜਿਹੜਾ ਕੌਣ ਬਣ ਰਿਹਾ ਹੈ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਕਿਸੇ ਨੂੰ ਸੰਸਾਰ ਵਿੱਚ ਦਬਾਅ ਦੇ ਵਰਗੀਕਰਨ ਵਾਸਤੇ ਨਕਸ਼ਾ ਤਿਆਰ ਕਰਨ ਲਈ ਵਰਤੋਂ ਕਰਨੀ ਪਵੇਗੀ। ਆਈਸੋਹੈਲਜ਼, ਆਈਸੋਬਾਰਸ, ਆਈਸੋਨੈਫ ਜਾਂ ਫਿਰ ਆਈਸੋਥਰਮ। ਤਾਂ ਇਸ ਦਾ ਜੋ ਸਾਡੇ ਕੋਲੇ ਸਹੀ ਆਨਸਰ ਹੈ ਉਹ ਹੈ ਆਈਸੋਬਾਰਸ। ਨੈਕਸਟ ਕੁਐਸਚਨ ਆ ਰਿਹਾ ਆਪਣੇ ਕੋਲੇ ਕਿ ਹੇਠ ਲਿਖਿਆਂ ਚੋਂ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਿਕ ਖੇਤਰ ਦੇ ਨਿਰਣਾਤਮਕ ਮੁਲਾਂਕਣ ਦਾ ਸੰਦ ਨਹੀਂ ਹੈ? ਪਹਿਲੀ ਆਪਸ਼ਨ ਹੈ ਕਿ ਵਾਰਤਾਲਾਪ ਦਾ ਕੌਸ਼ਲ, ਦੂਸਰੀ ਆਪਸ਼ਨ ਹੈ ਕਿ ਬਹੁ ਚੋਣਵੇਂ ਪ੍ਰਸ਼ਨ, ਤੀਸਰਾ ਪ੍ਰੋਜੈਕਟ ਜਾਂ ਫਿਰ ਚੌਥਾ ਮੌਖਿਕ ਪ੍ਰਸ਼ਨ। ਇਸ ਦਾ ਸਹੀ ਜੋ ਆਨਸਰ ਹੈ ਉਹ ਹੈ ਪ੍ਰੋਜੈਕਟ। ਨੈਕਸਟ ਕਾਫੀ ਵੱਡਾ ਜਿਹਾ ਕੁਐਸਚਨ ਆ ਕਿ ਸਮਾਜ ਵਿਗਿਆਨ ਸਿੱਖਿਆ ਵਿੱਚ ਸਮੂਹ ਸਿੱਖਿਆ ਆਦਰਸ਼ ਨੂੰ ਸ਼ਾਮਿਲ ਕਰਨ, ਆਪਣੀਆਂ ਪਾਠ ਯੋਜਨਾਵਾਂ ਵਿੱਚ ਪਰਿਵਰਤਨ ਲਿਆਉਣ ਲਈ ਅਧਿਆਪਕ ਇਹ ਨਿਸ਼ਚਿਤ ਕਰਦੇ ਹਨ ਕਿ ਉਹਨਾਂ ਵੱਲੋਂ ਪੜ੍ਹਾਏ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦਾ ਆਪਸੀ ਤਾਲਮੇਲ ਬਣਾਉਣਾ ਲਾਭਦਾਇਕ ਹੋਵੇਗਾ। ਅਜਿਹਾ ਕਰਨ ਲਈ ਉਹ ਥੀਮ ਆਧਾਰਿਤ ਇਕਾਈ ਦਾ ਨਿਰਮਾਣ ਕਰਦੇ ਹਨ ਜਿਸ ਨੂੰ ਸਮਾਜ ਵਿਗਿਆਨ ਦੀਆਂ ਜਮਾਤਾਂ ਵਿੱਚ ਸੰਯੁਕਤ ਰੂਪ ਵਿੱਚ ਪੜ੍ਹਾਇਆ ਜਾ ਸਕੇ। ਇਕਾਈ ਦੇ ਵਿਸ਼ੇ ਵਸਤੂ ਦੇ ਵਿਕਾਸ ਲਈ ਅਧਿਆਪਕ ਲਈ ਥੀਮ ਆਧਾਰਿਤ ਇਕਾਈ ਬਣਾਉਣ ਦਾ ਸਭ ਤੋਂ ਕਾਰਗਰ ਢੰਗ ਕਿਹੜਾ ਹੋ ਸਕਦਾ ਹੈ? ਸਾਡੇ ਕੋਲੇ 4 ਆਪਸ਼ਨਸ ਨੇਗੀਆਂ। ਪਹਿਲੀ ਕਿ ਹਰ ਅਧਿਆਪਕ ਸਾਲ ਭਰ ਲਈ ਕਰਿਕੂਲਮ ਦਾ ਨਕਸ਼ਾ ਤਿਆਰ ਕਰੇ ਅਤੇ ਇਹਨਾਂ ਨਕਸ਼ਿਆਂ ਦੀ ਅੰਤਿਮ ਥੀਮ ਵਿਸ਼ਾ ਵਸਤੂ ਤੇ ਕੌਸ਼ਲਾਂ ਨਾਲ ਤੁਲਨਾ ਕਰੇ ਜਿਹੜੇ ਕਿ ਇੱਕ ਸਮਾਨ ਹਨ। ਦੂਸਰੀ ਆਪਸ਼ਨ ਹੈ ਸਾਡੇ ਕੋਲੇ ਕਿ ਸਭ ਤੋਂ ਪਹਿਲਾਂ ਵਿਸ਼ੇਗਤ ਇਕਾਈ ਨੂੰ ਤਿਆਰ ਕਰੇ, ਫਿਰ ਅਧਿਆਪਕ ਉਸ ਨੂੰ ਸ਼ਾਮਿਲ ਕਰਨ ਲਈ ਆਪਣੀਆਂ ਪਾਠ ਯੋਜਨਾਵਾਂ ਅਨੁਸਾਰ ਬਦਲੇ। ਤੀਸਰੀ ਆਪਸ਼ਨ ਹੈ ਕਿ ਵਿਦਿਆਰਥੀਆਂ ਤੋਂ ਵੱਖ-ਵੱਖ ਥੀਮਾਂ ਬਾਰੇ ਉਹਨਾਂ ਦਾ ਮਤ ਹਾਸਿਲ ਕਰੇ ਜਿਨ੍ਹਾਂ ਬਾਰੇ ਉਹ ਸਿੱਖਣਾ ਚਾਹੁੰਦੇ ਹਨ, ਫਿਰ ਇਕਾਈ ਨੂੰ ਉਸ ਦੇ ਆਲੇ ਦੁਆਲੇ ਤਿਆਰ ਕਰੇ। ਚੌਥਾ ਹੈ ਕਿ ਵਿਸ਼ੇਗਤ ਇਕਾਈ ਨੂੰ ਤਿਆਰ ਕਰਨ ਲਈ ਇੱਕ ਅਧਿਆਪਕ ਦੀ ਚੋਣ ਕਰੇ, ਉਸ ਨੂੰ ਦੂਜੇ ਅਧਿਆਪਕਾਂ ਤੱਕ ਪਹੁੰਚਾਵੇ ਜਿਹੜੇ ਇਹਨਾਂ ਇਕਾਈਆਂ ਨੂੰ ਆਪਣੀ ਪਾਠ ਯੋਜਨਾ ਵਿੱਚ ਸ਼ਾਮਿਲ ਕਰਨ ਦੇ ਢੰਗ ਤਲਾਸ਼ ਕਰਨ। ਤਾਂ ਇਸ ਦਾ ਜੋ ਸਹੀ ਆਨਸਰ ਆਵੇਗਾ ਉਹ ਆਵੇਗਾ ਆਪਸ਼ਨ ਏ ਕਿ ਹਰ ਅਧਿਆਪਕ ਸਾਲ ਭਰ ਲਈ ਕਰਿਕੂਲਮ ਦਾ ਨਕਸ਼ਾ ਤਿਆਰ ਕਰੇ ਤੇ ਇਹਨਾਂ ਨਕਸ਼ਿਆਂ ਨੂੰ ਦੀ ਅੰਤਿਮ ਥੀਮ ਵਿਸ਼ਾ ਵਸਤੂ ਕੌਸ਼ਲਾਂ ਨਾਲ ਤੁਲਨਾ ਕਰੇ ਜਿਹੜੇ ਕਿ ਸਿਮਿਲਰ ਹੋਣੇ ਚਾਹੀਦੇ ਨੇ, ਜਿਹੜੇ ਕਿ ਇੱਕ ਸਮਾਨ ਹੋਣੇ ਚਾਹੀਦੇ ਹਨ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਸਮਾਜ ਵਿਗਿਆਨ ਮਨੁੱਖੀ ਵਿਵਹਾਰ ਅਤੇ ਵਾਤਾਵਰਣ ਦੇ ਨਾਲ ਹੇਠ ਲਿਖਿਆਂ ਵਿੱਚੋਂ ਕਿਸ ਦੇ ਨਾਲ ਉਸ ਦੀ ਪਰਸਪਰ ਕਿਰਿਆ ਨੂੰ ਸਮਝਣ ਦਾ ਯਤਨ ਕਰਦਾ ਹੈ? ਸਮਾਜਿਕ ਸੰਸਥਾਵਾਂ, ਸਮਾਜ ਫਿਰਕਾ, ਸਮਾਜ ਵਰਤਾਰਾ। ਇਸ ਸਮਾਜਿਕ ਸੰਸਥਾਵਾਂ ਵਿੱਚ ਸਾਰਾ ਕੁਝ ਕਵਰ ਹੋ ਗਿਆ, ਤਾਂ ਸਾਡਾ ਸਹੀ ਆਪਸ਼ਨ ਜਿਹੜੀ ਹੋਏ ਏ ਸਮਾਜਿਕ ਸੰਸਥਾਵਾਂ। ਨੈਕਸਟ ਕੁਐਸਚਨ ਜੋ ਸਾਡੇ ਕੋਲ ਆ ਰਿਹਾ ਹੈ ਉਹ ਆ ਰਿਹਾ ਹੈ ਕਿ ਸਮਾਜ ਵਿਗਿਆਨ ਪੜ੍ਹਾਉਣ ਦੀ ਉਹ ਪਹੁੰਚ ਜਿਸ ਰਾਹੀਂ ਵਿਦਿਆਰਥੀ ਆਪਣੇ ਅਧਿਆਪਕ ਅਤੇ ਜਮਾਤੀਆਂ ਨੂੰ ਦੇਖ ਕੇ ਉਹਨਾਂ ਦਾ ਅਨੁਕਰਨ ਕਰਕੇ ਪ੍ਰਭਾਵਸ਼ਾਲੀ ਸਮਝ ਰਣਨੀਤੀ ਸਿੱਖਦੇ ਹਨ। ਪੁੱਛ-ਗਿੱਛ ਆਧਾਰਿਤ ਸਿੱਖਿਆ, ਉਲਟ ਕਰਮ, ਸਹਿਕਾਰੀ ਜਾਂ ਫਿਰ ਖੋਜ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਉਲਟ ਕਰਮ ਸਿੱਖਿਆ, ਰੈਸੀਪ੍ਰੋਕਲ ਲਰਨਿੰਗ। ਨੈਕਸਟ ਕੁਐਸਚਨ ਅਸੀਂ ਜੋ ਕਵਰ ਕਰ ਰਹੇ ਹਾਂ ਉਹ ਹੈ ਸਾਡੇ ਕੋਲੇ ਕੁਐਸਚਨ ਨੰਬਰ 145 ਕਿ ਜੇਕਰ ਇੱਕ ਵਿਦਿਆਰਥੀ ਵਿੱਚ ਇਤਿਹਾਸ ਦੀ ਸਮਝ ਦਾ ਵਿਕਾਸ ਹੋ ਰਿਹਾ ਹੈ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਘਟਨਾ ਦੇ ਕਾਰਨ ਅਤੇ ਪ੍ਰਭਾਵ ਤੇ, ਨਿਰੰਤਰਤਾ ਤੇ ਪਰਿਵਰਤਨ ਦੇ ਤੱਤਾਂ ਤੇ, ਸੰਦਰਭ ਦੀ ਸਾਦਗੀ ਤੇ ਜਾਂ ਫਿਰ ਸਾਧਨਾ ਦੀ ਤਰਜਮਾਨੀ ਦੀ ਵਸਤੂਰੂਪਤਾ ਤੇ, ਵਸਤੂਪਰਕਤਾ ਤੇ, ਕੇਵਲ 1 ਤੇ 2, ਕੇਵਲ 1 2 3, ਕੇਵਲ 1 2 4। ਇਸ ਦਾ ਜੋ ਸਹੀ ਆਨਸਰ ਹੋਏ ਕੇਵਲ 1 2 4, ਮਤਲਬ ਕਿ ਅਸੀਂ ਸੰਦਰਭ ਦੀ ਸਾਦਗੀ ਨੂੰ ਅਸੀਂ ਸਕਿਪ ਕਰ ਦਾਂਗੇ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਸਮਾਜ ਵਿਗਿਆਨ ਨਾ ਕੇਵਲ ਸਾਡੇ ਸਮਾਜਿਕ ਚੌਗਿਰਦੇ ਦੀ ਵਾਸਤਵਿਕਤਾ ਨੂੰ ਸਮਝਣ ਦਾ ਇੱਕ ਢੰਗ ਹੈ, ਸਗੋਂ ਇਹ ਮਦਦ ਕਰਦਾ ਹੈ ਮਨੁੱਖੀ ਸੁਭਾਅ ਦੀ ਅੰਤਰਦ੍ਰਿਸ਼ਟੀ ਦੇ ਵਿਕਾਸ ਲਈ, ਮਨੁੱਖੀ ਜੀਵਨ ਜਾਂਚ ਦੀ ਸੂਝ ਲਈ, ਮਨੁੱਖੀ ਸੰਚਾਰ ਦੀ ਅੰਤਰਦ੍ਰਿਸ਼ਟੀ ਦੇ ਵਿਕਾਸ ਲਈ, ਮਨੁੱਖੀ ਵਿਕਾਸ ਨੂੰ ਤਲਾਸ਼ਣ ਦੇ ਲਈ। ਇਸ ਦਾ ਜੋ ਸਹੀ ਆਨਸਰ ਆਵੇਗਾ ਉਹ ਆਵੇਗਾ ਸਾਡੇ ਕੋਲੇ ਆਪਸ਼ਨ ਏ ਮਨੁੱਖੀ ਸਿਧਾਂਤ ਸੁਭਾਅ ਦੀ ਅੰਤਰਦ੍ਰਿਸ਼ਟੀ ਦੇ ਵਿਕਾਸ ਲਈ। ਨੈਕਸਟ ਕੁਐਸਚਨ ਮਨੁੱਖੀ ਅਧਿਐਨ ਦੀ ਵਿਗਿਆਨਕ ਪਹੁੰਚ ਹੇਠ ਲਿਖੇ ਪਰਿਪੱਖ ਨੂੰ ਸ਼ਾਮਿਲ ਕਰਨ ਦੀ ਲੋੜ ਉੱਤੇ ਬਲ ਦਿੰਦੀ ਹੈ। ਕਲਾ, ਗਣਿਤ ਅਤੇ ਵਿਗਿਆਨ ਦੇ, ਕੁਦਰਤ, ਸੱਭਿਆਚਾਰ ਅਤੇ ਸੱਭਿਅਤਾ ਦੇ, ਕੁਦਰਤੀ ਵਿਗਿਆਨ, ਸਮਾਜਿਕ ਵਿਗਿਆਨ ਤੇ ਹਿਊਮੈਨਿਟੀਜ਼ ਦੇ ਜਾਂ ਫਿਰ ਉਪਰੋਕਤ ਸਾਰੇ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਸੀ ਕੁਦਰਤੀ ਵਿਗਿਆਨ, ਸਮਾਜਿਕ ਵਿਗਿਆਨ ਤੇ ਹਿਊਮੈਨਿਟੀਜ਼ ਦੇ।
ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਇੱਕ ਬਹੁ ਸੱਭਿਆਚਾਰਕ ਸਮਾਜ ਚਿੰਤਨ ਮਨਨ ਕਰਨ ਵਾਲਾ ਸਮਾਜ ਵਿਗਿਆਨ ਦਾ ਅਧਿਆਪਕ ਅਜਿਹਾ ਕਰਿਕੂਲਮ ਵੇਖਣਾ ਪਸੰਦ ਕਰੇਗਾ ਜਿਹੜਾ ਅਜਿਹੇ ਨਾਗਰਿਕਾਂ ਦਾ ਨਿਰਮਾਣ ਕਰੇ ਜਿਸ ਕੋਲ ਆਪਣੀ ਅਤੇ ਨਾਲ-ਨਾਲ ਦੂਜਿਆਂ ਦੀ ਪਛਾਣ ਬਾਰੇ ਵੀ ਪ੍ਰਤੱਖ ਹੋਵੇ। ਫਿਰਕੇ ਸਮਾਜ ਅਤੇ ਰਾਸ਼ਟਰ ਦੇ ਨਵੇਕਲੇ ਸਰਗਰਮ ਢੰਗ ਨਾਲ ਪ੍ਰਚਾਰ ਕਰਨਾ, ਸੰਸਾਰ ਬਾਰੇ ਅਜਿਹਾ ਨਜ਼ਰੀਆ ਤਿਆਰ ਕਰਨਾ ਜਿਹੜਾ ਸਵੇ ਝਾਤ ਕਰਨ ਦੇ ਬਲ ਦੇਵੇ, ਨਿੱਜੀ ਕਦਰਾਂ ਕੀਮਤਾਂ ਦੇ ਨਜ਼ਰੀਏ ਨੂੰ ਮੁਖਾਤਿਬ ਹੋ ਕੇ ਪ੍ਰਚਾਰ ਕਰਨਾ। ਇਸ ਦਾ ਜੋ ਸਹੀ ਆਪਸ਼ਨ ਹੈ ਉਹ ਹੈ ਆਪਸ਼ਨ ਏ। ਨੈਕਸਟ ਕੁਐਸਚਨ ਹੈ ਸਾਡੇ ਕੋਲੇ 149 ਕਿ ਸਮਾਜ ਵਿਗਿਆਨ ਵਿੱਚ ਸਕਾਰੀਕਰਨ ਨੂੰ ਸਮਝਣ ਦਾ ਸਭ ਤੋਂ ਬਿਹਤਰ ਢੰਗ ਹੈ ਗਿਣਾਤਮਕ ਅੰਕੜੇ ਦੀ ਥਾਂ ਗੁਣਾਤਮਕ ਅੰਕੜੇ ਦੀ ਵਰਤੋਂ ਕਰਨਾ, ਅਮੂਰਤ ਨੂੰ ਸਮੂਰਤ ਵਸਤੂ ਵਾਂਗ ਮੰਨਣਾ, ਖੋਜਾਤਮਕ ਤਰੀਕਿਆਂ ਦੀ ਵਰਤੋਂ ਕਰਨਾ, ਜਾਂ ਫਿਰ ਵਸਤੂ ਪੂਰਕਤਾ ਨੂੰ ਆਤਮ ਪਰਕਤਾ ਮੰਨਣ ਦਾ ਭਰਮ ਪੈਣਾ। ਬੀ ਆਪਸ਼ਨ ਸਹੀ ਆਪਸ਼ਨ ਆ, ਅਮੂਰਤ ਨੂੰ ਸਮੂਰਤ ਵਾਂਗੂ ਸਮਝਣਾ। ਟ੍ਰੀਟਿੰਗ ਐਨ ਅਬਸਟਰੈਕਟ ਐਜ਼ ਐਨ ਕੰਕਰੀਟ ਥਿੰਗ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇਤਿਹਾਸ ਅਧਿਆਪਨ 'ਚ ਅੰਕੜਿਆਂ ਦਾ ਪ੍ਰਾਇਮਰੀ ਸਰੋਤ ਹੈ? ਸਥਾਨਕ ਸਰਕਾਰੀ ਰਿਪੋਰਟ, ਸਟਰੀਟ ਡਾਇਰੈਕਟਰੀ, ਪ੍ਰਸ਼ਨਾਵਲੀ ਦਾ ਜਵਾਬ ਦੇਣਾ, ਕਿਤਾਬਾਂ ਵਿੱਚੋਂ ਤਸਵੀਰਾਂ। ਤਾਂ ਇਸ ਦਾ ਜੋ ਸਹੀ ਆਨਸਰ ਹੈ ਰਿਸਪੌਂਸਸ ਟੂ ਆ ਕੁਐਸਚਨਰ, ਆਪਸ਼ਨ ਸੀ ਪ੍ਰਸ਼ਨਾਵਲੀ ਦਾ ਜਵਾਬ ਦੇਣਾ। ਸੋ ਗਾਇਜ਼ ਇਹ ਸੀਗਾ ਸਾਡਾ ਦਸੰਬਰ 2013 ਦਾ ਪੇਪਰ ਜਿਹੜਾ ਕਿ ਅਸੀਂ 2 ਪਾਰਟਸ ਦੇ ਵਿੱਚ ਕਵਰ ਕੀਤਾ। ਪਹਿਲੇ ਪਾਰਟ ਦੇ ਵਿੱਚ ਅਸੀਂ 115 ਤੱਕ ਕੁਐਸਚਨ ਕਵਰ ਕੀਤੇ ਤੇ ਦੂਜੇ ਪਾਰਟ ਦੇ ਵਿੱਚ ਅਸੀਂ 150 ਤੱਕ ਕੰਪਲੀਟ ਕੁਐਸਚਨ ਨੇ ਜੋ ਕਵਰ ਕਰ ਲਏ ਨੇ। ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਵਾਂਗੇ 2014 ਦਾ ਪੇਪਰ, ਉਹ ਵੀ ਅਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਹੀ ਲੈ ਕੇ ਆਵਾਂਗੇ ਤਾਂ ਕਿ ਅਸੀਂ ਵੱਧ ਤੋਂ ਵੱਧ ਐਕਸਪਲੇਨੇਸ਼ਨ ਕਰ ਸਕੀਏ। ਸੋ ਵੱਧ ਤੋਂ ਵੱਧ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੀ ਤਿਆਰੀ ਨੂੰ ਟਾਈਮ ਟੇਬਲ ਦੇ ਅਕੋਰਡਿੰਗ ਸੈੱਟ ਕਰੋ, ਜਿਵੇਂ ਕਿ ਆਪਾਂ ਨੇ ਪਹਿਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀਗੀ। ਟਾਈਮ ਟੇਬਲ ਬਣਾਵੋ, ਰੋਜ਼ ਦੀ 1 ਵੀਡੀਓ, ਰੋਜ਼ ਦੀਆਂ 2 ਵੀਡੀਓ, ਜਿੰਨੀਆਂ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਕਰੋ ਤਾਂ ਕਿ ਤੁਹਾਡੀ ਤਿਆਰੀ ਵਧੀਆ ਹੋ ਸਕੇ। ਅਸੀਂ ਪੇਪਰ ਆਉਣ ਤੋਂ ਪਹਿਲਾਂ ਇਹਨਾਂ ਨੂੰ ਕਵਰ ਕਰ ਸਕੀਏ, ਇਹਨਾਂ ਸਾਰੇ ਕੁਐਸਚਨਸ ਨੂੰ ਅਸੀਂ ਦੇਖ ਸਕੀਏ, ਇਹਨਾਂ ਨਾਲ ਡੀਲ ਕਰ ਸਕੀਏ। ਓਕੇ ਗਾਇਜ਼, ਥੈਂਕ ਯੂ।